औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल लिल मुत्तकीन अस्सलातु वस्सलामु अला रसूलिहिल करीम। अस्सलामु अलैकुम दोस्तों, डॉक्टर नसीर कालों हाज़र CNP न्यूज़ तो। दोस्तों, एक छोटा जिहा वाक़या मैं तुहानूं सुणाउणा, उस तो बाद तुहानूं हालात जिहड़े साडे पाकिस्तानी सियासत और बैनुल अक़वामी सियासत उनके मुतलक थोड़ी जी तफसील दसांगा। एक क्लास सी, उहदे विच एक लड़का सी, उहदा नाम सी मुहम्मद रफीक, तो उहनूं सारे कहंदे हुंदे फीका। ਉਹ ਸਕੂਲ ਦੇ ਅੰਦਰ ਜਾਂ ਪਿੰਡ ਦੇ ਅੰਦਰ ਜਾਂ ਕਲਾਸ ਦੇ ਅੰਦਰ ਜਿਹੜੀ ਕੋਈ ਸ਼ਰਾਰਤ ਹੋਣੀ ਨਾ, ਉਹਦੇ ਵਿਚਾਰੇ ਦਾ ਨਾਂ ਲੱਗ ਜਾਣਾ। ਜਿਸ ਤਰ੍ਹਾਂ ਤੁਸੀਂ ਇਹ ਸਮਝੋ, ਦੁਨੀਆ ਦੇ ਕਿਸੇ ਖਿੱਤੇ ਤੇ ਕੋਈ ਮਸਲਾ ਖੜਾ ਹੁੰਦਾ, ਕੋਈ ਦਹਿਸ਼ਤਗਰਦੀ ਹੁੰਦੀ ਆ, ਤੇ ਸਭ ਤੋਂ ਪਹਿਲੇ ਇੰਡੀਆ ਜਿਹੜਾ ਨਾਮ ਲੈਂਦਾ ਨਾ, ਉਹ ਕਹਿੰਦਾ ਪਾਕਿਸਤਾਨ ਕਰ ਗਿਆ। ਅਮਰੀਕਾ ਕਹਿੰਦਾ ਪਾਕਿਸਤਾਨ 'ਚ ਦਹਿਸ਼ਤਗਰਦ ਆਉਂਦੇ ਨੇ। ਇਸਰਾਈਲ ਕਹਿੰਦਾ ਕਿ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ, ਹਾਲਾਂਕਿ ਅਸੀਂ ਉਹਨੂੰ ਕਹਿੰਦੇ ਆ ਕਿ ਉਹ ਦਹਿਸ਼ਤਗਰਦ ਮੁਲਕ ਆ, ਲੇਕਿਨ ਇਹ ਤਿੰਨ ਮੁਲਕਾਂ ਦਾ ਇੱਕ ਐਸਾ ਮਿਕਸਚਰ ਆ ਕਿ ਇਹ ਤਿੰਨੇ ਸਾਡੇ ਤੇ ਇਲਜ਼ਾਮ ਲਗਾਉਂਦੇ ਨੇ, ਔਰ ਫਿਰ ਅੱਗੇ ਇਹਨਾਂ ਦੇ ਤਲਕਾਤ ਐਸੇ ਮੁਲਕਾਂ ਨਾਲ ਨੇ, ਬਹੁਤ ਜ਼ਿਆਦਾ ਲੋਕਾਂ ਨਾਲ ਨੇ। ਫਿਰ ਉਹਨਾਂ ਦੀ ਜ਼ਬਾਨ ਜਿਸ ਵਿੱਚ ਬਾਰ-ਬਾਰ ਸੋਚਦੇ ਨੇ, ਸਮਝਦੇ ਨੇ, ਉਹ ਸਮਝਦੇ ਵਾਕਈ ਸ਼ਾਇਦ ਪਾਕਿਸਤਾਨ ਦਾ ਮਾਮਲਾ ਇਸ ਤਰ੍ਹਾਂ ਦਾ ਹੀ ਆ। ਹਾਲਾਂਕਿ ਪਾਕਿਸਤਾਨ ਦੇ ਨਾਲ ਉਹ ਕੁਝ ਹੋ ਰਿਹਾ ਜਿਸ 'ਚ ਇਹੀ ਤਿੰਨ ਮੁਲਕ ਕਰਵਾ ਰਹੇ ਨੇ ਸਭ ਕੁਝ, ਲੇਕਿਨ ਉਹਨਾਂ ਦੀ ਫੋਰਨ ਪਾਲਿਸੀ ਐਸੀ ਆ, ਜਾਂ ਉਹਨਾਂ ਦੇ ਫੋਰਨ ਪਾਲਿਸੀ ਦੇ ਦੇਣ ਵਾਲੇ ਜਾਂ ਫੋਰਨ ਪਾਲਿਸੀ ਦੇ ਬੋਲਣ ਵਾਲੇ ਲੋਕ ਐਸੇ ਨੇ ਜਿਹੜੇ ਆਪਣੇ ਝੂਠੇ ਮੌਕਫ ਨੂੰ ਵੀ ਸੱਚਾ ਸਾਬਤ ਕਰ ਲੈਂਦੇ ਨੇ। ਲੇਕਿਨ ਸਾਡੀ ਬਦਕਿਸਮਤੀ ਇਹ ਆ ਕਿ ਮੇਰੇ ਮੁਲਕ ਦੇ ਅੰਦਰ ਜਿਨ੍ਹਾਂ ਪਾਲਿਸੀ ਦੇਣੀ ਹੈ ਜਾਂ ਜਿਨ੍ਹਾਂ ਪਾਲਿਸੀ ਦੇ ਮੁਤਲਕ ਬਿਆਨ ਦੇਣਾ ਵੇ ਆਪਣੇ ਮੁਲਕ ਦਾ ਤਰਫੋਂ ਸਰਕਾਰੀ ਬਿਆਨ, ਉਹ ਇਸ ਐਲੀਜੀਬਲ ਹੀ ਨਹੀਂ ਹੈ, ਉਹ ਇਸ ਕਾਬਲ ਹੀ ਨਹੀਂ ਹੈ ਕਿ ਉਹ ਕੁਝ ਕਰ ਸਕਣ। ਦੇਖੋ ਨਾ, ਜਦੋਂ ਵਜ਼ੀਰ ਆਜ਼ਮ ਮੀਆਂ ਸ਼ਹਬਾਜ਼ ਸ਼ਰੀਫ ਨੂੰ ਵਜ਼ੀਰ ਆਜ਼ਮ ਖੜਾ ਕੀਤਾ ਗਿਆ, ਉਦੋਂ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਭੇਜਿਆ ਸੀ ਨਾ ਪੈਗਾਮ ਤਹਨੀਅਤ, ਯਾਨੀ ਕਿਸੇ ਨੂੰ ਅੱਛਾ ਤਾਂ ਖੁਸ਼ੀ ਦਾ ਪੈਗਾਮ ਦੇਣ ਵਾਸਤੇ, ਉਸ ਪੈਗਾਮ 'ਚ ਸਭ ਤੋਂ ਪਹਿਲੇ ਨੰਬਰ ਤੇ ਉਸ ਬੰਦੇ ਨੇ ਲਿਖਿਆ ਸੀ ਕਿ ਅੱਛਾ ਹੋਇਆ ਤੁਸੀਂ ਹੁਕੂਮਤ 'ਚ ਆ ਗਏ ਹੋ, ਲੇਕਿਨ ਸਭ ਤੋਂ ਪਹਿਲੇ ਦਹਿਸ਼ਤਗਰਦੀ ਦੇ ਖਤਮ ਕਰੋ, ਦਹਿਸ਼ਤਗਰਦੀ ਦੇ ਸਾਡਾ ਮਸਲਾ ਵੇ, ਦਹਿਸ਼ਤਗਰਦੀ ਦੇ ਮਾਮਲੇ ਤੇ ਸਾਡੇ ਨਾਲ ਗੱਲ ਕਰੋ। ਯਾਨੀ ਉਸ ਬੰਦੇ ਦਾ ਮੌਕਫ ਉਹੋ ਹੀ ਆ, ਫਰਮ ਦਾ ਵੈਰੀ ਬਿਗਨਿੰਗ, ਪਹਿਲੇ ਦਿਨ ਤੋਂ ਇੱਕੋ ਹੀ ਆ ਕਿ ਪਾਕਿਸਤਾਨ ਦਹਿਸ਼ਤਗਰਦ ਆ, ਪਾਕਿਸਤਾਨ ਦਹਿਸ਼ਤਗਰਦੀ ਕਰਦਾ। ਇੰਡੀਆ ਦੇ ਅੰਦਰ, ਅਫਗਾਨਿਸਤਾਨ, ਈਰਾਨ, ਦੁਨੀਆ, ਅਮਰੀਕਾ, ਬਰਤਾਨੀਆ, ਜਿੱਥੇ ਵੀ ਕਹਿੰਦੇ ਦਹਿਸ਼ਤਗਰਦੀ ਹੁੰਦੀ ਆ, ਪਾਕਿਸਤਾਨ ਕਰਦਾ। ਔਰ ਉਹ ਪ੍ਰੋਪੇਗੰਡੇ ਨੂੰ ਇਸੇ ਤਰ੍ਹਾਂ ਪ੍ਰੋਪੇਗੇਟ ਕਰਦਾ ਵੇ ਸਾਰੀ ਦੁਨੀਆ ਦੇ ਵਿੱਚ। ਤੁਸੀਂ ਪਿੱਛੇ ਜੇ ਸੁਣਿਆ ਵੀ ਹੋਏਗਾ ਕਿ ਇੰਡੀਆ ਦੇ ਕੁਝ ਐਸੇ ਚੈਨਲਸ ਪਕੜੇ ਗਏ ਸੀ, ਫੇਕ ਨਿਊਜ਼ ਚੈਨਲ ਉਹਨਾਂ ਬਣਾਏ ਸੀਗੇ, ਜਿਹੜੀ ਸਾਰੀ ਦੁਨੀਆ ਦੇ ਅੰਦਰ ਉਹਨਾਂ ਨੇ ਇੰਡਲਜ ਕੀਤਾ ਸੀ ਆਪਣੇ ਆਪ ਨੂੰ, ਸਾਰੀ ਦੁਨੀਆ ਦੇ ਅੰਦਰ ਆਪਣੀ ਜੜ੍ਹਾਂ ਬਣਾਈਆਂ ਸੀ, ਔਰ ਸਾਰੀ ਦੁਨੀਆ ਜਾ ਕੇ ਪ੍ਰੋਗਰਾਮ ਇੱਕ ਕਰਕੇ ਦੱਸਦੇ ਸੀ ਕਿ ਪਾਕਿਸਤਾਨ ਸਭ ਕੁਝ ਕਰ, ਜਿੱਥੇ ਵੀ ਹੋ ਰਿਹਾ ਪਾਕਿਸਤਾਨ ਹੋ ਰਿਹਾ। ਯਾਨੀ ਪਾਕਿਸਤਾਨ ਨੂੰ ਇੰਟਰਨੈਸ਼ਨਲ ਸਿਆਸਤ ਦੇ ਅੰਦਰ ਇੱਕ ਫੀਕਾ ਸਾਬਤ ਕੀਤਾ ਗਿਆ। ਲੇਕਿਨ ਇਹਦੇ ਨਾਲ ਹੁਣ ਦੂਸਰਾ ਫੀਕੇ ਦੀ ਮੈਂ ਗੱਲ ਸੁਣਾ ਦਿੰਦਾ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਕੁਝ ਸਾਡੇ ਆਪਣੇ ਕਰਤੂਤ ਵੀ ਇਸ ਤਰ੍ਹਾਂ ਦੇ ਨੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਬਜਾਏ ਅਸੀਂ ਉਹਨੂੰ ਸਾਬਤ ਕਰਨੇ ਕਿ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ। ਅੱਛਾ, ਫੀਕੇ ਦਾ ਹਰ ਨਾਮ ਲੱਗ ਜਾਂਦਾ ਸਕੂਲ ਦੇ ਅੰਦਰ, ਜਿਹੜੇ ਕਲਾਸ 'ਚ, ਜਿਹੜੇ ਸਕੂਲ 'ਚ ਜਾਂ ਜਿੱਥੇ ਲੱਗ ਫਿਰੋਜ਼ਵਾਰ 'ਚ ਕੋਈ ਵਾਰਦਾਤ ਹੋਣੀ, ਮਾਮਲਾ ਹੋਣਾ, ਗੜਬੜ ਹੋਣੀ, ਸ਼ਰਾਰਤ ਹੋਣੀ, ਉਹਨਾਂ ਫੀਕੇ ਨੇ ਕੀਤਾ। ਇੱਕ ਦਿਨ ਉਹ ਕਲਾਸ ਹੋਣ ਡਈ ਸੀ, ਟੀਚਰ ਕਲਾਸ ਪੜ੍ਹਾ ਰਹੇ ਸੀ, ਤੇ ਬਾਹਰੋਂ ਇੱਕ ਦੂਸਰਾ ਦੋਸਤ ਆਇਆ, ਉਹਨਾਂ ਦਾ ਟੀਚਰ ਹੀ ਸੀ ਉਹ ਵੀ। ਉਹਨੇ ਆਣ ਕੇ ਕਿਹਾ, ਯਾਰ ਮਾਸਟਰ ਸਾਹਿਬ ਬਹੁਤ ਬੁਰਾ ਹੋਇਆ। ਉਹਨਾਂ ਪੁੱਛਿਆ ਕੀ ਗੱਲ ਹੋਈ ਆ? ਉਹਨੇ ਕਿਹਾ ਯਾਰ ਉੱਥੇ ਐਕਸੀਡੈਂਟ ਹੋਇਆ, ਬੜਾ ਜ਼ਬਰਦਸਤ ਐਕਸੀਡੈਂਟ ਹੋਇਆ, ਤੇ ਬੜਾ ਹੀ ਸ਼ਦੀਦ ਐਕਸੀਡੈਂਟ ਹੋਇਆ, ਤੇ ਉਹ 'ਚ ਬਹੁਤ ਸਾਰੇ ਲੋਕ ਜ਼ਖਮੀ ਨੇ ਔਰ ਕੁਝ ਲੋਕ ਮਰ ਵੀ ਗਏ ਨੇ। ਅੱਛਾ, ਫੀਕੇ ਨੇ ਫਟਾਫਟ ਉੱਠਿਆ, ਬੈਠਾ ਸੀ ਨਾ ਥੱਲੇ, ਕਿਉਂਕਿ ਉਹ ਪੁਰਾਣੇ ਜ਼ਮਾਨੇ 'ਚ ਕਲਾਸਾਂ ਹੁੰਦੀਆਂ ਥੱਲੇ ਜ਼ਮੀਨ ਦੇ ਉੱਤੇ ਬਿਠਾ ਕੇ, ਫਟਾਫਟ ਉੱਠਿਆ ਤੇ ਉਹਨੇ ਕੰਨ ਫੜ ਲਿਆ। ਟੀਚਰ ਨੇ ਪੁੱਛਿਆ, ਉਹ ਤੂੰ ਕੰਨ ਕਿਉਂ ਫੜ ਲਿਆ? ਉਹਨੇ ਕਿਹਾ ਜਨਾਬ ਇਹ ਵੀ ਤੇ ਮੇਰੇ ਨਾਲ ਹੀ ਲੱਗਣਾ ਨਾ ਕਿ ਮੈਂ ਹੀ ਐਕਸੀਡੈਂਟ ਕੀਤਾ ਵੇ, ਤੇ ਮੈਂ ਪਹਿਲੇ ਆਪਣੀ ਸਜ਼ਾ ਵਾਸਤੇ ਖੜਾ ਹੋ ਜਾ। ਅਸੀਂ ਲੋਕ ਆਪਣੀ
ਮੌਕਫ ਨੂੰ ਜਿਹੜਾ ਕਿ ਸੱਚਾ ਵੀ ਹੈ ਉਹਨੂੰ ਵੀ ਸਾਬਤ ਨਹੀਂ ਕਰ ਸਕਦੇ। ਅਸੀਂ ਆਪਣੇ ਮੌਕਫ ਦੇ ਉੱਤੇ ਇਹ ਨਹੀਂ ਸਾਬਤ ਕਰ ਸਕਦੇ ਕਿ ਅਸੀਂ ਦਹਿਸ਼ਤਗਰਦ ਨਹੀਂ ਹੈ, ਪਾਕਿਸਤਾਨ ਦਹਿਸ਼ਤਗਰਦ ਨਹੀਂ ਹੈ, ਪਾਕਿਸਤਾਨ ਦਹਿਸ਼ਤਗਰਦੀ ਨਹੀਂ ਕਰ ਰਿਹਾ, ਬਲਕਿ ਇੱਥੇ ਅਮਰੀਕਾ, ਇਸਰਾਈਲ ਔਰ ਇੰਡੀਆ ਮਿਲ ਕੇ खुद भी कर रहे हैं और बजरिया ईरान और बजरिया अफगानिस्तान भी कर रहे हैं। लेकिन मुसीबत यह आ वो जो वजीर आजम नरेंद्र मोदी का एक तहनीयतनामा आया उस जवाब च मेरे वजीर आजम ने मूँह तो उन्हें घुंगणियां पा लिया और दंद तो दंद नहीं चुकया कि मैं उन्हें जवाब दिया कि आया समझौता एक्सप्रैस नूं अग असी जाके लगाई सी। कुलभूषण यादव जिहड़ा सी वो तकरीबकारी पाकिस्तान च आके मेरे प्यारे सूबे बलूचिस्तान के अंदर कर रहा सी, वो असी करवा रहे सां। उस तो इलावा जिहड़े जदों पहली हुकूमत सी अपने यूरोपीय यूनीयन की हुकूमत अफगानिस्तान सी, उस दौरान इन्नी ट्रांजैक्शन हो रही सी और इन्ने लोग इन्हां दे कैंप बने सी उत्थे। आईएस नूं कहंदे ने, जिन्हों दाइश कहंदे ने, आईएस दे दफ्तर और तारिके तालिबान पाकिस्तान के दफ्तर या उन्होंने रहायश गावां या उन्होंने ट्रेनिंग गावां जिन्नियां सी अफगानिस्तान जो उस दौर च बनियां सी और सारी नूं फाइनेंसिंग इंडिया कर रहा सी। और उहदे आशीर्वाद किहनूं हासिल सी? इसराइल और अमरीका दी। लेकिन कोई साडे चों किसी नूं इन्ने दंद तो दंद चुकण दी तौफीक नहीं हुई, ना वजारत खारजा नूं, ना वजीरे खारजा नूं, ना वजीरे दिफा नूं, ना वजीरे दाखिला नूं, ना वजीरे नशरियात अतात जो भी है, किसी ਨੂੰ ਤੌਫੀਕ ਨਹੀਂ ਸੀ ਉਦੋਂ ਹੁੰਦੀ ਕਿ ਅਸੀਂ ਉਹਦੇ ਖਿਲਾਫ ਬੋਲ ਸਕੀਏ। ਦੋਸਤੋ, ਜਦੋਂ ਆਪਣੀ ਪੋਜੀਸ਼ਨ ਇਸ ਤਰ੍ਹਾਂ ਦੀ ਹੋਵੇ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਕਿਸੇ ਖੁਦਾ ਨਖਾਸਤਾ ਕਿਸੇ ਦੇ ਘਰ 'ਚ ਲੜਾਈ ਹੋਵੇ, ਉਹ ਦੂਸਰੇ ਦੇ ਮਾਮਲਾਤ ਕਿਸ ਤਰ੍ਹਾਂ ਸੁਲਝਾਏਗਾ? ਉਹ ਤੇ ਆਪਣੇ ਜੋਗਾ ਨਹੀਂਗਾ। ਔਰ ਸੂਰਤ ਹਾਲ ਬਿਲਕੁਲ ਮੇਰੇ ਮੁਲਕ ਦੀ ਇਸ ਤਰ੍ਹਾਂ ਹੀ ਹੋਈ ਕੀਤੀ ਹੈ, ਬਲਕਿ ਇਸ ਤਰ੍ਹਾਂ ਇਹਨਾਂ ਕਰ ਦਿੱਤੀ ਹੈ ਕਿ ਇੱਥੇ ਜਿਸ ਤਰ੍ਹਾਂ ਬੈਨ ਅਕਵਾਮੀ ਸਤ੍ਹਾ ਤੇ ਪਾਕਿਸਤਾਨ ਨੂੰ ਫੀਕਾ ਬਣਾ ਦਿੱਤਾ ਗਿਆ, ਇਸੇ ਤਰ੍ਹਾਂ ਹੀ पाकिस्तान के अंदर पीटीआई ਨੂੰ फीका बना दिता गया कि जिथे जो कुछ हुंदा, कोई दुनिया का अमरीका कर जाए आके, इसराइल कर जाए, इंडिया कर जाए, अफगानिस्तान दहशतगर्द आ जान, जो मर्जी हो जाए, ये जनाब पीटीआई कर गए। जिन्ना चिर तक साडे घर दे अंदर, साडे मुल्क दे अंदर, साडे अपने लोगों के अंदर इत्तेफाक राय नहीं हुंदा, ये दहशतगर्दी खत्म नहीं हो सकती। नंबर 1। नंबर 2, ਜਦੋਂ ਬਰਤਾਨੀਆ ਦੇ ਉੱਤੇ ਜਰਮਨੀ ਔਰ ਜਾਪਾਨ ਨੇ ਬਹੁਤ ਜ਼ਿਆਦਾ ਫਾਇਰਿੰਗ ਕੀਤੀ ਸੀ, ਬੰਬਾਰੀ ਕੀਤੀ ਸੀ, ਬਹੁਤ ਦੁਨੀਆ ਤਬਾਹ ਹੋਈ, ਬੜਾ ਹਾਲਾਤ ਉੱਥੇ ਖਰਾਬ ਹੋਏ ਤੇ ਲੋਕ ਵਜ਼ੀਰ ਆਜ਼ਮ ਚਰਚਲ ਕੋ ਗਏ। ਉਹਨਾਂ ਕਿਹਾ ਕਿ ਜਨਾਬ ਸਾਡੇ ਨਾਲ ਤਾਂ ਬੜਾ ਜ਼ਿਆਦਤੀ ਹੋ ਰਹੀ ਹੈ, ਤੁਸੀਂ ਕੁਝ ਕਰੋ। ਉਹਨਾਂ ਕਿਹਾ ਅਸੀਂ ਮਕਦੂਰ ਬਾਰ ਕੋਸ਼ਿਸ਼ ਕਰ ਰਹੇ ਹਾਂ, ਇਨਸ਼ਾਅੱਲਾ ਅਸੀਂ ਬੜੀ ਜਲਦੀ ਸਟੇਬਲ ਹੋ ਜਾਾਂਗੇ। ਤੁਸੀਂ ਸਿਰਫ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਕਿ ਮੇਰੇ ਮੁਲਕ 'ਚ ਇਨਸਾਫ ਹੋ ਰਿਹਾ ਕਿ ਨਹੀਂ ਹੋ ਰਿਹਾ। ਉਹਨਾਂ ਕਿਹਾ ਜੀ ਇਨਸਾਫ ਹੋ ਰਿਹਾ, ਸਾਡੀ ਅਦਾਲਤਾਂ ਇਨਸਾਫ ਦਿੰਦੀਆਂ ਨੇ। ਉਹਨਾਂ ਕਿਹਾ ਫਿਰ ਪਰੇਸ਼ਾਨੀ ਦੀ ਕੋਈ ਬਾਤ ਨਹੀਂ। ਅੱਜ ਤੁਸੀਂ ਦੇਖੋ ਕਿ ਸਾਡੇ ਮੁਲਕ 'ਚ ਇਨਸਾਫ ਹੋ ਰਿਹਾ ਵੇ। ਅਗਰ ਤੇ ਇਨਸਾਫ ਹੋ ਰਿਹਾ ਹੁੰਦਾ ਤੇ ਇੱਥੇ ਕੋਈ ਦਹਿਸ਼ਤਗਰਦੀ ਨਾ ਹੁੰਦੀ। ਨੰਬਰ 1। ਨੰਬਰ 2, ਇਨਸਾਨੀ ਹਕੂਕ ਦੀ ਪਾਮਾਲੀ ਨਾ ਹੁੰਦੀ ਤੇ ਬਿਲਕੁਲ ਇੱਥੇ ਕੋਈ ਦਹਿਸ਼ਤਗਰਦੀ ਨਾ ਹੁੰਦੀ। ਇੱਥੇ ਬਿਲਕੁਲ ਸਾਰੇ ਲੋਕਾਂ ਨੂੰ ਜਿਹਦਾ ਜਿਹਦਾ ਜੋ ਹੱਕ ਆ ਉਹਨੂੰ ਮਿਲਦਾ, ਇੱਥੇ ਦਹਿਸ਼ਤਗਰਦੀ ਨਾ ਹੁੰਦੀ। ਸਭ ਤੋਂ ਵੱਧ ਕੇ ਕੀ ਆ, ਅਸੀਂ ਲੋਕ ਆਪਣੇ ਗਿਰਬਾਨ 'ਚ ਨਹੀਂ ਝਾਕਦੇ, ਅਸੀਂ ਲੋਕ ਆਪਣੇ ਅੰਦਰ ਨਹੀਂ ਦੇਖਦੇ, ਅਸੀਂ ਲੋਕਾਂ ਤੇ ਇਲਜ਼ਾਮ ਤਾਂ ਲਗਾਈ ਜਾਂਦੇ ਹਾਂ। ਹੁਣ ਦੇਖੋ ਪਾਕਿਸਤਾਨ ਦਹਿਸ਼ਤਗਰਦੀ ਦਾ ਸ਼ਿਕਾਰ ਮੁਲਕਾਂ 'ਚ ਦੂਸਰੇ ਨੰਬਰ ਤੇ ਸੀ, ਲੇਕਿਨ ਸ਼ਾਇਦ ਸਾਨੂੰ ਉਹ ਵੀ ਗਵਾਰਾ ਨਹੀਂ ਸੀ। ਅਸੀਂ ਇਹ ਟ੍ਰੇਨ ਵਾਲਾ ਮਾਮਲਾ ਜਿਹੜਾ ਕਰ ਲਿਆ ਪਾਕਿਸਤਾਨ ਨੇ ਕੀਤਾ ਨਾ, ਦੋ ਉਹਨਾਂ ਦੇ ਮੁਲਕ, ਇਸਰਾਈਲ ਉਹਦੇ ਪਿੱਛੇ ਆ, ਅਮਰੀਕਾ ਉਹਨਾਂ ਦੇ ਪਿੱਛੇ ਆ, ਜਾਂ ਇੰਡੀਆ ਤਾਂ 100% ਪਿੱਛੇ ਆ, ਲੇਕਿਨ ਉਹ ਸਾਡਿਆਂ ਨੇ ਕੀਤਾ ਨਾ, ਪਾਕਿਸਤਾਨੀ ਸਨ ਨਾ ਉਹ ਲੋਕ ਜਿਹੜੇ ਦਹਿਸ਼ਤਗਰਦ ਸਨ, ਉਹਨਾਂ ਨੇ ਕੀਤਾ। ਯਾਨੀ ਸਾਨੂੰ ਇੰਨੀ ਸ਼ਰਮ ਨਹੀਂ ਹੈ ਕਿ ਅਸੀਂ ਮੁਲਕ ਆਪਣੇ ਨੂੰ ਕੈਟਾਗਰੀ ਦੂਸਰੀ ਚੋਂ ਕੱਢ ਕੇ ਪਹਿਲੀ ਕੈਟਾਗਰੀ 'ਚ ਲਿਆਉਣ ਡਏ ਆ ਦਹਿਸ਼ਤਗਰਦੀ ਦਾ ਮਾਮਲਾ। ਦੋਸਤੋ, ਅੱਗੇ ਫਿਰ ਜਦੋਂ ਇਹ ਮਾਮਲਾ ਅਸੈਂਬਲੀ 'ਚ ਆਇਆ, ਉੱਥੇ ਗਾਲੀ ਗਲੋਚ ਸਿਰਫ ਪੀਟੀਆਈ ਨੂੰ, ਉਹ ਬਈ ਖੁਦਾ ਦੇ ਬੰਦੇ ਹੋ, ਤੁਸੀਂ ਉੱਥੇ ਬੈਠ ਕੇ ਹਕਾਇਕ ਦੇ ਮੁਤਲਕ ਦੱਸੋ, ਕਿੰਨੇ ਲੋਕ ਉਹਦੇ 'ਚ ਗ੍ਰਿਫਤਾਰ ਕੀਤੇ ਇਹਨਾਂ ਨੇ ਜਾਂ ਪਕੜੇ ਇਹਨਾਂ ਨੇ ਦਹਿਸ਼ਤਗਰਦਾਂ ਨੇ, ਕਿੰਨੇ ਲੋਕ ਉਹਨਾਂ 'ਚੋਂ ਤੁਹਾਂ ਛੁਡਾਏ ਨੇ, ਕਿੰਨੇ ਲੋਕ ਉਹਨਾਂ 'ਚੋਂ ਖੁਦਾ ਨਖਾਸਤਾ ਸ਼ਹੀਦ ਹੋਏ ਨੇ। ਔਰ ਸਭ ਤੋਂ ਦੁੱਖ ਦੀ ਬਾਤ ਇਹ ਆ ਕਿ ਇਹਨਾਂ ਦਹਿਸ਼ਤਗਰਦਾਂ ਨੂੰ ਕਿਸ ਤਰ੍ਹਾਂ ਪਤਾ ਸੀ ਕਿ ਸਾਡੇ ਮੇਰੀ ਪਿਆਰੀ ਫੌਜ ਜਿਹੜੀ ਹੈ ਉਹਦੇ, ਯਾਨੀ ਸਾਡੇ ਬੱਚੇ ਨੇ, ਉਹ ਬੱਚੇ ਫੌਜੀ ਆ ਕੇ ਤੇ ਉਸ ਟਰੈਵਲਿੰਗ ਕਰ ਰਹੇ ਸੀ ਉਸ ਟ੍ਰੇਨ ਦੇ ਅੰਦਰ, ਜਾਂ ਸਾਡੇ ਜਿਹੜੇ ਹੈ ਸਿਕਿਉਰਿਟੀ ਅਦਾਰੇ ਉਹਨਾਂ ਦੇ ਬੱਚੇ ਉਹਦੇ 'ਚ ਟ੍ਰੇਨ 'ਚ ਸਫ਼ਰ ਕਰ ਰਹੇ ਸੀ। ਉਹਨਾਂ ਦਹਿਸ਼ਤਗਰਦਾਂ ਨੂੰ ਕਿਸ ਤਰ੍ਹਾਂ ਪਤਾ ਸੀ?
ਯਾਨੀ ਉਹਨਾਂ ਦੀ ਲੌਬਿੰਗ, ਉਹਨਾਂ ਦੇ ਪ੍ਰੋਗਰਾਮਿੰਗ ਜਾਂ ਉਹਨਾਂ ਦੇ ਪਲੈਨਿੰਗ ਇੰਨੀ ਜ਼ਬਰਦਸਤ ਸੀ ਕਿ ਉਹਨੂੰ ਹਰ ਚੀਜ਼ ਦਾ ਪਤਾ, ਔਰ ਕੌਣ ਦੇ ਰਿਹਾ, ਆਖਰ ਕਿਸੇ ਨਾ ਕਿਸੇ ਜਗ੍ਹਾ ਤੋਂ ਲੀਕ ਹੋ ਰਿਹਾ ਸੀ। ਦੇਖੋ ਫਿਰ ਇਸ ਮੇਰੇ ਨਾ ਵਜ਼ੀਰ ਦਾਖਲਾ, ਨਾ ਵਜ਼ੀਰ ਦਿਫਾ, ਔਰ ਨਾ ਹੀ ਬਲੋਚਿਸਤਾਨ ਦੇ ਵਜ਼ੀਰ ਆਲਾ, ਕਿਸੇ ਨੇ ਇਸ ਦੇ ਉੱਤੇ ਸਹੀ ਤਰ੍ਹਾਂ ਗੱਲ ਕੀਤੀ ਨਹੀਂ, ਬਰੀਫ ਕੀਤਾ ਨਹੀਂ ਸਾਡੀ ਕੌਮ ਨੂੰ, ਪਾਕਿਸਤਾਨ ਨੂੰ ਦੱਸਿਆ ਹੀ ਨਹੀਂ ਸੱਚੀ ਗੱਲ ਵੀ ਹੋਇਆ ਕੀ ਆ, ਕਿਸ ਤਰ੍ਹਾਂ ਹੋਇਆ, ਕਿਉਂ ਹੋਇਆ, ਇਹਦੇ ਪਿੱਛੇ ਕੀ ਆ, ਕੀ ਕਰ ਰਹੇ ਆ, ਇਹਦਾ ਤਦਾਰਕ ਅਸੀਂ ਕਿਸ ਤਰ੍ਹਾਂ ਕੀਤਾ, ਅਸੀਂ ਇਹਦਾ ਆਇੰਦਾ ਵਾਸਤੇ ਤਦਾਰਕ ਕਿਸ ਤਰ੍ਹਾਂ ਕਰਨਾ। ਪਹਿਲੇ ਦਿਨ ਜਿਹੜੀ ਖਬਰ ਨਿਕਲੀ ਆ ਉਹ ਸਾਡੇ ISPR ਦੇ DG ਸਾਹਿਬ ਨੇ ਆ ਕੇ ਕੁਝ ਚੀਜ਼ਾਂ ਦਸੀਆਂ ਨੇ, ਲੇਕਿਨ ਹਕੂਮਤ ਖਾਮੋਸ਼ ਚੁੱਪ। ਸਿਰਫ ਇੱਕੋ ਹੀ ਗੱਲ PTI ਦੇ ਖਿਲਾਫ ਸਾਰੇ ਗੱਲਾਂ, ਸਾਰੀਆਂ ਪ੍ਰੈਸ ਕਾਨਫਰੰਸਾਂ, ਸਾਰੇ ਟਵਿੱਟਰ PTI ਦੇ। ਉਹ ਖੁਦਾ ਦੇ ਬੰਦੇ, ਉਹ ਤੁਹਾਡੇ ਘਰ ਦਾ ਮਾਮਲਾ, ਉਹ ਤੁਸੀਂ ਘਰ ਦੇ ਮਾਮਲੇ ਨੂੰ ਘਰ 'ਚ ਰੱਖੋ, ਔਰ ਦਹਿਸ਼ਤਗਰਦੀ ਦੇ ਮਤਲਬ ਸਾਰੇ ਇਕੱਠੇ ਹੋ ਕੇ ਇਹਦੇ ਮਗਰ ਚੜੋ। ਸਿਰਫ ਇੱਕੋ ਹੀ ਹੱਲ ਆ ਇਹਦਾ, ਦਹਿਸ਼ਤਗਰਦੀ ਦਾ, ਕਿ ਸਾਡੇ ਸਾਰੇ ਅਦਾਰੇ, ਸਾਰੇ ਸਿਆਸਤਦਾਨ ਔਰ ਹਕੂਮਤ, ਜਿਸ ਖੁਸੂਸਨ ਗਵਰਨਮੈਂਟ ਜਿੰਨੇ ਬਣਾਈ ਆ, ਇਹਨਾਂ ਦਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਹਿੱਸਾ, ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਆ ਕਿ ਸਾਰੇ ਨੂੰ ਇਕੱਠਾ ਕਰਕੇ ਦਹਿਸ਼ਤਗਰਦੀ ਦੇ ਖਿਲਾਫ ਇੱਕ ਪਲਾਨ ਤਿਆਰ ਕੀਤਾ ਜਾਏ, ਔਰ ਇੱਕ ਬੜੀ ਮਜ਼ਬੂਤ ਪਲੈਨਿੰਗ ਦੇ ਤਹਿਤ ਇਹਦਾ ਤਦਾਰਕ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਣ, ਫਿਰ ਹੀ ਕਾਮਯਾਬ ਹੋ ਸਕਦੀ ਆ। ਵਗਰਨਾ ਜਿਸ ਤਰ੍ਹਾਂ ਅਸੀਂ ਜਿਹੜੀ ਤਨਖਾਹ ਚੱਲ ਰਹੇ ਹਾਂ ਫਿਰ ਉਹ ਚੱਲੀ ਜਾਵਾਂਗੇ। ਅੱਲਾਹ ਹਾਫਿਜ਼, ਅਸਲਾਮ ਅਲੈਕੁਮ।